संतोख सिंगा दूर होते, रीत मिट जाती कथा वेदन पुराण की। श्री गुरु गोविंद सिंह पावन परम सूर, मूरत न होती जो पे करुणा निदान की। मूरत न होती जो पे करुणा निदान की। वाहिगुरु जी का खालसा, वाहिगुरु जी की फतेह। जुगो जुग टल धन धन साहिब श्री गुरु ग्रंथ साहिब जी महाराज जी की पावन पवित्र हजूरी अंदर सुभाईमान होके साहिब कमाल बादशाह दरवेश बालिए दो जहान मर्द गमड़े शमशीरे बहादुर बरदो आलम शाह नीले दे शाह सवार चिट्टियां वाजां वाले सरवंसदानी कलगीधर पिता धन धन साहिब श्री गुरु गोबिंद सिंह जी महाराज, उन्हां दे प्रकाश पुरब नूं उन्हां दे आगमन गुरपुरब नूं बड़ी ही शरधा भावना दे नाल उन्हां दी महान पावन स्थान गुरुद्वारा साहिब पातशाही 10वीं नाढा साहिब विखे मना रहे हाजरियां लवा रहे अति सत्कारयोग गुरु रूप खालसा जी धन धन साहिब श्री गुरु गोबिंद सिंह महाराज। उन्हां बारे बहुत विद्वानां ने बहुत कुछ लिखिया, कवियां ने उन्हां दे बारे बहुत सारियां कवितावां लिखियां। बड़ा कुछ उन्हां बारे लिखिया गया, उन्हां बारे लिखिया होया पढ़िया जांदा सुनिया जांदा है। पर सच जाणिओ जदों गुरु गोबिंद सिंह महाराज जी दे जीवन नूं वेखदे हां, जाणदे हां और यतन करदे हां कि जाण लईए ते इउं लगदा है कि जिवें एक कोई छोटा जिहा पंछी चिड़ी जिड्डी क ਜਿਹਦੀ ਔਕਾਤ ਹੋਵੇ ਤੇ ਸੁਮੇਰ ਪਰਬਤ ਨੂੰ ਇੱਕ ਪਾਸੇ ਤੋਂ ਵੇਖੇ ਤੇ ਕੀ ਵੇਖ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਜਿੰਨਾ ਮਰਜ਼ੀ ਜਾਣ ਲਓ, ਸਭ ਕੁਝ ਜਾਣ ਕੇ ਵੀ ਇਹੀ ਕਹਿਣਾ ਬਣਦਾ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮੁੱਚਾ ਜੀਵਨ ਇੱਕ ਐਸਾ ਅਲੌਕਿਕ ਜੀਵਨ ਹੈ ਜਿਹਦੇ ਬਾਰੇ ਉਹਨਾਂ ਨੂੰ ਵੱਖੋ ਵੱਖਰੇ ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕੇ ਨਾਲ ਵੇਖਿਆ। ਲਾਲਾ ਦੌਲਤ ਰਾਏ ਜੋ ਆਰੀਆ ਸਮਾਜਿਕ ਹਿੰਦੂ ਵਿਦਵਾਨ ਸਨ, ਉਹਨਾਂ ਦੀ ਜਦੋਂ ਜੀਵਨੀ ਲਿਖੀ ਉਹਨਾਂ ਨੇ ਲਿਖਿਆ ਕਿ ਇਹ ਸਾਹਿਬੇ ਕਮਾਲ ਹਨ। ਜਦੋਂ ਬਹੁਤ ਹੀ ਸਤਿਕਾਰਯੋਗ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਲਿਖਿਆ, ਉਹਨਾਂ ਨੇ ਇਹਨਾਂ ਦੇ ਜੀਵਨ ਨੂੰ ਲਿਖਣ ਤੋਂ ਬਾਅਦ ਉਸ ਪੁਸਤਕ ਦਾ ਉਸ ਗ੍ਰੰਥ ਦਾ ਨਾਂ ਰੱਖਿਆ ਤੇ ਨਾਂ ਰੱਖਿਆ ਮਨੁੱਖ ਦਾ ਵਿਸ਼ਵ। ਪ੍ਰਿੰਸੀਪਲ ਸਤਵੀਰ ਸਿੰਘ ਹੋਣੀ ਕਹਿੰਦੇ ਆ ਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਲਿਖਿਆ ਤੇ ਪੁਸਤਕ ਦਾ ਨਾਮ ਰੱਖਣ ਲੱਗਾ ਵੀ ਇਹਦਾ ਨਾਮ ਕੀ ਰੱਖਿਆ ਜਾਏ, ਕਿੰਨਾ ਸਮਾਂ ਸੋਚਦਾ ਰਿਹਾ ਤੇ ਆਖਰ ਇਹ ਨਹੀਂ ਲਿਖਿਆ ਕਿ ਗੁਰੂ ਜੀਵਨੀ ਗੁਰੂ ਗੋਬਿੰਦ ਸਿੰਘ ਜੀ, ਉਸ ਪਾਵਨ ਪੁਸਤਕ ਦਾ ਨਾਮ ਰੱਖਿਆ ਪੁਰਖ ਭਗਵੰਤ।
ਭਾਈ ਵੀਰ ਸਿੰਘ ਹੋਣਾ ਕਲਗੀਧਰ ਚਮਤਕਾਰ ਰੱਖਿਆ, ਕਿਉਂਕਿ ਉਹਨਾਂ ਦਾ ਜੀਵਨ ਇੱਕ ਕ੍ਰਿਸ਼ਮਾ ਹੈ, ਚਮਤਕਾਰ ਹੈ। ਜਿਹੜਾ ਵੀ ਉਹਨਾਂ ਦੇ ਜੀਵਨ ਨਾਲ ਜੁੜ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਐਸੇ ਚਮਤਕਾਰ ਹੁੰਦੇ ਸਾਧ ਸੰਗਤ, ਜੋ ਸਾਧ ਸੰਗਤ ਬੌਧਿਕ ਤੌਰ 'ਤੇ ਕੋਈ ਬੁੱਧੀਜੀਵੀ ਨਾ ਉਹਨੂੰ ਸਮਝ ਸਕਦਾ ਹੈ, ਨਾ ਉਹਦਾ ਅੰਦਾਜ਼ਾ ਲਾਇਆ ਜਾ ਸਕਦਾ। ਐਸੇ ਕਲਗੀਧਰ ਪਿਤਾ, ਉਹਨਾਂ ਦਾ ਪ੍ਰਕਾਸ਼ ਪਟਨੇ ਦੀ ਪਾਵਨ ਧਰਤੀ, ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਪਟਨਾ ਸਾਹਿਬ ਕਹਿੰਦੇ ਹਾਂ। ਉਂਝ ਤੇ ਪਟਨੇ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਗਰ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਲਿਖਿਆ ਮਹਾਨ ਕੁਸ਼ ਪੜ੍ਹ ਲਈਏ ਤੇ ਉਸ ਵੇਲੇ ਸਾਧ ਸੰਗਤ ਉਹਨਾਂ ਪਟਨੇ ਬਾਰੇ ਬਹੁਤ ਕੁਝ ਲਿਖਿਆ ਤੇ ਬੜੇ ਨਾਮ ਪਟਨੇ ਦੇ ਦਿੱਤੇ ਹੈ। ਪਰ ਸਾਡਾ ਸੰਬੰਧ ਇਸ ਧਰਤੀ ਦੇ ਨਾਲ, ਪਟਨੇ ਦੀ ਧਰਤੀ ਦੇ ਨਾਲ ਗੁਰੂ ਨਾਨਕ ਦੇ ਵੇਲੇ ਤੋਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਨਗਰ ਪਹੁੰਚੇ ਪਾਟਲੀਪੁੱਤਰ। ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ, ਭਾਈ ਬਾਲਾ ਜੀ ਉਹਨਾਂ ਦੇ ਨਾਲ ਸਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਜੌਹਰੀ ਜਿਹਦਾ ਨਾਂ ਸਾਲਸਰਾਏ ਜੌਹਰੀ ਸੀ, ਉਹਨੂੰ ਹੀਰਾ ਦੇਣ ਲਈ ਭਾਈ ਮਰਦਾਨੇ ਨੂੰ ਜਦੋਂ ਭੇਜਿਆ ਸੀ ਤੇ ਸਾਲਸਰਾਏ ਜੌਹਰੀ ਗੁਰੂ ਨਾਨਕ ਦੇ ਚਰਨੀ ਲੱਗਾ ਸੀ ਤੇ ਇੱਕ ਹੀਰੇ ਦੇ ਰਾਹੀਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਜੀਵਨ ਦੇ ਹੀਰੇ ਨੂੰ ਸਮਝਣ ਦੀ ਜੁਗਤ ਦੱਸੀ ਸੀ। ਪਟਨੇ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਾਲਸਰਾਏ ਜੌਹਰੀ ਦੇ ਜੋ ਨਾਲ ਕੰਮ ਕਰਦਾ ਸੀ, ਉਹਦਾ ਨਾਂ ਸੀ ਭਾਈ ਅਧਰਕਾ। ਉਹਨੂੰ ਗੁਰਮੁਖ ਦੀ ਪਦਵੀ ਥਾਪ ਕੇ ਗੁਰੂ ਘਰ ਦੀ ਸੰਗਤ ਜਣੀ ਗੁਰਦੁਆਰਾ ਧਰਮਸ਼ਾਲਾ ਦੇ ਵਿੱਚ ਬਿਠਾ ਕੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਧਰਤੀ ਨੂੰ ਕੇਂਦਰ ਦੇ ਰੂਪ ਵਿੱਚ ਚੁਣਿਆ। ਬੜਾ ਲੰਮਾ ਸੰਬੰਧ ਇਸ ਧਰਤੀ ਦੇ ਨਾਲ। ਪਰ ਕਮਾਲ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਪਾਵਨ ਧਰਤੀ ਨੂੰ ਸਥਾਪਿਤ ਕੀਤਾ, ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾਏ ਹੋਣ, ਉਸੇ ਧਰਤੀ ਨੂੰ ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਪ੍ਰਕਾਸ਼ ਦੇ ਲਈ ਚੁਣਿਆ। ਉੱਥੇ ਜਾ ਕੇ ਗੁਰੂ ਕਲਗੀਧਰ ਮਹਾਰਾਜ ਜੀ ਪ੍ਰਗਟ ਹੋਏ ਹਨ। ਭਾਵੇਂ ਕਿ ਇਤਿਹਾਸਕ ਪੱਖ ਕਈ ਸਾਰੇ ਹੈ। ਗੁਰੂ ਤੇਗ ਬਹਾਦਰ ਜੀ ਬਾਰੇ ਪੰਜਾਬ ਤੋਂ, ਕਿਉਂਕਿ 19 ਜੂਨ ਸਨ 1665 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੋੜੀ ਗੱਡੀ ਸੀ। ਆਨੰਦਪੁਰ ਸਾਹਿਬ ਦੀ ਮੋੜੀ ਗੱਡੀ ਔਰ ਨਾਮ ਰੱਖਿਆ ਚੱਕ ਮਾਤਾ ਨਾਨਕੀ। ਔਰ ਅਗਲੇ ਹੀ ਸਾਲ 1666 ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਟਨੇ ਦੀ ਭੂਮੀ 'ਤੇ ਹੁੰਦਾ ਹੈ। ਬਿਕਰਮੀ ਸੰਮਤ 1723 ਦੇ ਵਿੱਚ ਪੋਹ ਸੁਦੀ 7 ਨੂੰ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਸਮਝ ਲੱਗਦੀ ਹੈ ਕਿ ਬਹੁਤਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਾਬ ਆਨੰਦਪੁਰ ਸਾਹਿਬ ਉਦੋਂ ਨਹੀਂ ਰਹੇ। ਆਨੰਦਪੁਰ ਸਾਹਿਬ ਦਾ ਨਿਰਮਾਣ ਸ਼ੁਰੂ ਕਰਾ ਕੇ ਗੁਰੂ ਤੇਗ ਬਹਾਦਰ ਜੀ ਪੰਜਾਬ ਦੇ ਰਾਹੀਂ ਹੁੰਦੇ ਹੋਏ, ਯੂਪੀ ਦੇ ਰਾਹੀਂ ਲੰਘਦੇ ਹੋਏ ਬਿਹਾਰ ਪਹੁੰਚੇ ਹੈ। ਤਾਂ ਗੁਰੂ ਰੂਪ ਸਾਧ ਸੰਗਤ ਜੀ, ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਧਰ ਜਾਂਦੇ ਆ, ਉਹਦੇ ਕਾਰਨ ਵੀ ਵਿਦਵਾਨਾਂ ਨੇ 3 ਕੁ ਦਿੱਤੇ ਆ। ਇੱਕ ਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਤੱਕ ਗਏ ਹੈ। ਤੀਸਰੀ ਥਾਂ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉੱਧਰ ਦਾ ਦੌਰਾ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਗਏ, ਪਰ ਨਾਨਕ ਮਤੇ ਤੱਕ ਉੱਥੋਂ ਵਾਪਸ ਮੁੜ ਕੇ ਆਏ। ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਜੋ ਸਿੱਖੀ ਹੈ, ਜੋ ਬਾਗ ਹੈ, ਉਹਨੂੰ ਉਸੇ ਤਰ੍ਹਾਂ ਹੀ
ਹਰਾ ਭਰਾ ਰੱਖਣ ਲਈ ਗੁਰਮਤਿ ਪ੍ਰਚਾਰ ਲਈ ਗਏ। ਦੂਜਾ, ਔਰੰਗਜ਼ੇਬ ਦੀਆਂ ਜਿਹੜੀਆਂ ਤੰਗ ਨੀਤੀਆਂ ਸਨ, ਦੂਜੇ ਧਰਮਾਂ ਵਾਲਿਆਂ ਨੂੰ, ਹਿੰਦੂ ਰਾਜਿਆਂ ਨੂੰ ਆਪਸ ਵਿੱਚ ਲੜਾ ਕੇ ਮਰਵਾ ਦੇਣ ਦੀ ਜਿਹੜੀ ਉਹਦੀ ਕੁਟਲ ਨੀਤੀ ਸੀ, ਉਹ ਤੋਂ ਕੁਝ ਰਾਜੇ ਤੰਗ ਹੋ ਕੇ ਗੁਰੂ ਜੀ ਦੇ ਚਰਨੀ ਪਏ ਅਤੇ ਉਹਨਾਂ ਆਖਿਆ ਜੀ ਸਾਡੀ ਬਾਂਹ ਫੜੋ। ਉਹਦਾ ਵੀ ਕਾਰਨ ਅਤੇ ਕੁਝ ਘਰੇਲੂ ਵੀ ਜੋ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਕੁਝ ਜੀ ਕੀਰਤਪੁਰ ਸਾਹਿਬ ਰਹਿੰਦੇ ਸਨ, ਤਾਂ ਕਿ ਉਹ ਵੀ ਆਪਣਾ ਚੰਗਾ ਗੁਜ਼ਾਰਾ ਕਰ ਲੈਣ। ਇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਪੰਜਾਬ ਤੋਂ ਬਾਹਰ ਦਾ ਰੁਖ ਕੀਤਾ ਅਤੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ। ਜਿਸ ਵੇਲੇ ਪਟਨਾ ਸਾਹਿਬ ਤੋਂ ਪਹਿਲਾਂ ਇਲਾਹਾਬਾਦ ਜੀ ਦਾ ਨਾਮ ਹੈ, ਉਸ ਜਗ੍ਹਾ ਉੱਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਆ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਦੇ ਹਨ, ਲਾਲ ਜੀ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸੱਚਖੰਡ ਗਏ ਹਨ, ਮੈਂ ਉਦੋਂ ਉਹਨਾਂ ਨੂੰ ਬੇਨਤੀ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਦੀ ਮਾਤਾ ਨੇ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ, ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਚੱਲਿਓ, ਮੈਨੂੰ ਵੀ ਨਾਲ ਲੈ ਜਾਓ। ਤਾਂ ਉਸ ਵੇਲੇ ਉਹਨਾਂ ਬਚਨ ਕੀਤਾ ਸੀ, ਨਾਨਕੀ ਜੀ ਹਜੇ ਤੁਸੀਂ ਆਉਣਾ ਨਹੀਂ, ਤੁਹਾਡਾ ਕਾਰਜ ਹਜੇ ਬਾਕੀ ਪਿਆ। ਤੁਹਾਡੇ ਪੁੱਤਰ ਜਿਸ ਵੇਲੇ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਹੋਣਗੇ, ਉਸ ਵੇਲੇ ਉਹਨਾਂ ਦੇ ਘਰ ਤੁਹਾਡੇ ਪੋਤਰੇ ਦੇ ਰੂਪ ਵਿੱਚ ਇੱਕ ਮਰਦ ਅਗੰਮੜੇ ਨੇ ਜਨਮ ਲੈਣਾ ਹੈ। ਤੁਸੀਂ ਆਪਣੀ ਗੋਦ ਦੇ ਵਿੱਚ ਉਸ ਮਹਾਨ ਤਪਸਵੀ, ਉਸ ਮਹਾਨ ਬਹਾਦਰ ਜਰਨੈਲ, ਉਸ ਦਇਆ ਦੇ ਸਾਗਰ, ਉਸ ਭਗਤੀ ਅਤੇ ਸ਼ਕਤੀ ਦੇ ਸੁਮੇਲ, ਉਹ ਜੋ ਅਗੰਮੀ ਜੋਤ ਨੇ ਪ੍ਰਗਟ ਹੋਣਾ, ਉਹਨੂੰ ਤੁਸੀਂ ਆਪਣੀ ਗੋਦ ਦੇ ਵਿੱਚ ਖੜਾ ਕੇ ਆਉਣਾ ਹੈ। ਇਹ ਬਚਨ ਕੀਤਾ ਸੀ। ਮਾਤਾ ਨਾਨਕੀ ਜੀ ਨੇ ਬਚਨ ਕੀਤਾ, ਲਾਲ ਜੀ ਹੁਣ ਕਿੰਨੇ ਸਾਲ ਹੋ ਗਏ ਆ, ਉਮਰ ਵੀ ਲੰਘਦੀ ਜਾਂਦੀ ਹੈ, ਤੁਹਾਡੀ ਉਮਰ ਵੀ 40 ਸਾਲਾਂ ਤੋਂ ਉੱਤੇ ਲੰਘ ਗਈ ਹੈ। ਮੈਂ ਚਾਹੁੰਦੀ ਹਾਂ ਕਿ ਜੋ ਬਚਨ ਤੁਹਾਡੇ ਪਿਤਾ ਨੇ ਕੀਤਾ ਸੀ, ਹੁਣ ਉਹ ਬਚਨ ਮੇਰੇ ਦੇਖਣ ਦਾ ਸਮਾਂ ਪੂਰਾ ਹੋ ਜਾਏ। ਇਲਾਹਾਬਾਦ ਦੀ ਧਰਤੀ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਦਾ ਵਚਨ ਸੁਣ ਕੇ ਗੁਰਬਾਣੀ ਦਾ ਪਾਠ ਕਰਵਾਇਆ, ਅਰਦਾਸ ਕੀਤੀ ਧੰਨ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ। ਇਲਾਹਾਬਾਦ ਦਾ ਜ਼ਿਕਰ ਗੁਰੂ ਕਲਗੀਧਰ ਆਪਣੀ ਬਾਣੀ 'ਚ ਕਰਦੇ ਹਨ, ਜਬ ਹੀ ਜਾਤ ਤ੍ਰਿਵੇਣੀ ਭਏ। ਤ੍ਰਿਵੇਣੀ ਇਲਾਹਾਬਾਦ, ਜਿੱਥੇ ਤਿੰਨੇ ਨਦੀਆਂ ਇਕੱਠੀਆਂ ਮਿਲਦੀਆਂ ਹਨ, ਗੰਗਾ ਜਮਨਾ ਸਰਸਵਤੀ ਦਾ ਵੀ ਸੰਗਮ ਉਹਦੇ ਵਿੱਚ ਮੰਨਿਆ ਜਾਂਦਾ ਹੈ। ਕਹਿੰਦੇ ਹਨ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਤੇ ਇਲਾਹਾਬਾਦ ਦੀ ਧਰਤੀ ਤੇ ਅਰਦਾਸ ਕੀਤੀ। ਔਰ ਅੱਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਟਨਾ ਸਾਹਿਬ ਪਹੁੰਚੇ, ਉੱਥੇ ਦੀ ਸੰਗਤ ਨੇ ਬੜਾ ਮਾਨ ਸਨਮਾਨ ਕੀਤਾ, ਬੇਨਤੀਆਂ ਕੀਤੀਆਂ ਪਾਤਸ਼ਾਹ ਜੀ ਦੇ ਚਰਨਾਂ 'ਚ, ਮਹਾਰਾਜ ਇੱਥੇ ਰੁਕੋ। ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਸਾਮ, ਬੰਗਾਲ, ਢਾਕੇ ਵੱਲ ਜਾਣਾ ਜ਼ਰੂਰੀ ਸਮਝ ਕੇ ਆਪਣੇ ਪਰਿਵਾਰ ਨੂੰ ਸਤਿਕਾਰਯੋਗ ਆਪਣੇ ਮਾਤਾ ਨਾਨਕੀ ਜੀ ਅਤੇ ਆਪਣੇ ਧਰਮ ਸੁਪਤਨੀ ਜਾਣੀ ਕਲਗੀਧਰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਅਤੇ ਆਪਣੇ ਬਹੁਤ ਪਿਆਰੇ ਧੰਨ ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਬੜੇ ਅਦਬ ਦੇ ਨਾਲ ਮਾਮਾ ਕਿਰਪਾਲ ਚੰਦ ਕਿਹਾ ਜਾਂਦਾ ਹੈ, ਉਹਨਾਂ ਨੂੰ ਪਟਨਾ ਸਾਹਿਬ ਵਿਖੇ ਛੱਡ ਕੇ ਤੇ ਸਾਧ ਸੰਗਤ ਆਪ ਅੱਗੇ ਅਸਾਮ ਵੱਲ ਚਲੇ ਜਾਂਦੇ ਆ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਜਾਣ ਤੋਂ ਬਾਅਦ ਤੇ ਉਹ ਦਿਨ ਵੀ ਆਇਆ ਜਿਸ ਦਿਨ ਨੂੰ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਇਕੱਠੇ ਹੋਏ ਹੋ। ਪੋਸ ਦੀ 7 ਬਿਕਰਮੀ ਸੰਮਤ 1723। ਸਾਧ ਸੰਗਤ ਜੀ ਹੈਰਾਨ ਹੋ ਜਾਓਗੇ, ਪਟਨੇ ਦੀ ਧਰਤੀ ਦੇ ਉੱਤੇ ਧੰਨ ਗੁਰੂ ਕਲਗੀਧਰ ਮਹਾਰਾਜ ਅੰਮ੍ਰਿਤ ਵੇਲੇ, ਅੱਜ ਦਾ ਜਿਹੜਾ ਦਿਨ ਹੈ ਅੰਮ੍ਰਿਤ ਵੇਲੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ। ਪਰ ਹੈਰਾਨੀ ਦੀ ਗੱਲ ਇਹ ਆ, ਦੇਖੋ
ਉੱਥੇ ਇਸ ਦਿਨ ਦੋ ਬੜੀਆਂ ਵੱਡੀਆਂ ਘਟਨਾਵਾਂ ਘਟੀਆਂ। ਇੱਕ, ਗੁਰੂ ਤੇਗ ਬਹਾਦਰ ਸਾਹਿਬ ਆਸਾਮ ਵੱਲ ਸਨ। ਜਿਸ ਦਿਨ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਉਸ ਦਿਨ ਗੁਰੂ ਤੇਗ ਬਹਾਦਰ ਜੀ ਚੌਂਕੜੇ 'ਚ ਬੈਠੇ ਹੈ। ਰਾਤ ਨੂੰ ਚੌਂਕੜੇ ਵਿੱਚ ਬੈਠੇ ਅਤੇ ਜਿਹੜੇ ਨਾਲ ਪ੍ਰੇਮੀ ਸਿੱਖ ਸਨ ਅਤੇ ਰਾਜੇ ਸਨ ਕੁਝ ਨਾਲ, ਉਹਨਾਂ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ, ਗੁਰੂ ਜੀ ਅੱਜ ਆਪ ਜੀ ਆਰਾਮ ਵਿੱਚ ਨਹੀਂ ਹੋਏ, ਆਪ ਜੀ ਆਪਣੇ ਆਸਣ ਉੱਤੇ ਬਿਰਾਜਮਾਨ ਨਹੀਂ ਹੋਏ, ਕੀ ਕਾਰਨ ਹੈ? ਆਪ ਜੀ ਲੇਟ ਜਾਓ। ਗੁਰੂ ਤੇਗ ਬਹਾਦਰ ਜੀ ਦਾ ਵਚਨ ਸੁਣਨ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤਾ, ਆਪਣੇ ਸਿੱਖਾਂ ਨੂੰ ਸੰਗਤ ਜੀ ਧਿਆਨ ਦੇਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੈਂ ਕਿਵੇਂ ਸੌਂ ਜਾਵਾਂ? ਮੈਂ ਉਸ ਸ਼ਮਸ਼ੀਰੇ ਬਹਾਦਰ, ਉਸ ਮਰਦ ਗੰਮੜੇ ਜਿਹਦੇ ਆਉਣ ਦਾ ਇਸ਼ਾਰਾ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਕਰ ਗਏ ਸਨ ਮੇਰੀ ਮਾਤਾ ਨੂੰ, ਉਹਦੀ ਉਡੀਕ ਵਿੱਚ ਆ, ਕਿਉਂਕਿ ਉਸ ਇਲਾਹੀ ਜੋਤ ਨੇ ਅੱਜ ਪ੍ਰਗਟ ਹੋਣਾ ਹੈ। ਗੁਰੂ ਤੇਗ ਬਹਾਦਰ ਜੀ ਉਸ ਸਾਰੀ ਰਾਤ ਚੌਂਕੜਾ ਮਾਰ ਕੇ ਭਜਨ ਵਿੱਚ ਜੁੜੇ ਰਹੇ, ਔਰ ਇੱਧਰੋਂ ਗੁਰੂ ਕਲਗੀਧਰ ਮਹਾਰਾਜ ਜੀ ਦਾ ਧੰਨ ਮਾਤਾ ਗੁਜਰੀ ਜੀ ਦੀ ਪਾਵਨ ਕੁੱਖੋਂ ਪਟਨੇ ਦੀ ਪਾਵਨ ਧਰਤੀ ਦੇ ਉੱਤੇ ਪ੍ਰਕਾਸ਼ ਹੁੰਦਾ। ਸਾਧ ਸੰਗਤ, ਇੱਕ ਬੜੀ ਹੋਰ ਅਜੀਬ ਘਟਨਾ ਉੱਥੇ ਘਟਦੀ ਹੈ, ਜਿਹਦਾ ਮੈਂ ਜ਼ਿਕਰ ਕਰਦੇ ਮਾਂ। ਪੰਜਾਬ ਵਿੱਚ ਇੱਕ ਫਕੀਰ ਬੈਠਾ ਜਿਹਦਾ ਨਾਮ ਸਾਰੀ ਸੰਗਤ ਨੂੰ ਯਾਦ ਹੋਣਾ ਚਾਹੀਦਾ ਹੈ। ਉਹ ਹੈ ਜਿਹਨੂੰ ਸ਼ਾਹ ਭੀਖ ਵੀ ਲਿਖਿਆ ਇਤਿਹਾਸ ਵਿੱਚ। ਭੀਖਮ ਸ਼ਾਹ ਇੱਕ ਮੁਸਲਮਾਨ ਫਕੀਰ ਸੈਯਦ। ਉਹ ਸੈਯਦ ਫਕੀਰ ਪੰਜਾਬ ਵਿੱਚ ਬੈਠਾ, ਘੁੜਾਮ ਦਾ ਠਸਕੇ ਦਾ ਰਹਿਣ ਵਾਲਾ। ਜਿਸ ਵੇਲੇ ਅੰਮ੍ਰਿਤ ਵੇਲੇ ਉਹ ਸੁਰਤ ਜੋੜਦਾ ਪ੍ਰਮਾਤਮਾ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਉਹਨੂੰ ਆਪਣੇ ਸਿਮਰਨ ਦੇ ਵਿੱਚ ਕੁਝ ਇਸ਼ਾਰੇ ਮਿਲਦੇ ਆ। ਅਤੇ ਜਿਸ ਵੇਲੇ ਮੁਸਲਮਾਨ ਵੀਰਾਂ ਦੇ ਵਿੱਚ 5 ਨਮਾਜ਼ਾਂ ਦਾ ਰਿਵਾਜ ਹੈ, ਬਾਣੀ ਨੇ ਵੀ ਆਖਿਆ 5 ਨਮਾਜ਼ਾਂ ਵਕਤ 5 ਪੰਜਾਂ ਪੰਜੇ ਨਾਉ। 5 ਨਮਾਜ਼ਾਂ ਨੇ, 5 ਵਕਤ, ਵੱਖੋ ਵੱਖਰੇ ਸਮੇਂ ਦੀਆਂ ਨਮਾਜ਼ਾਂ ਮੁਸਲਮਾਨ ਵੀਰ ਪੜ੍ਹਦੇ ਆ। ਜਿਹੜਾ ਮੁਸਲਮਾਨ ਨਮਾਜ਼ ਨਹੀਂ ਅਦਾ ਕਰਦਾ ਅਤੇ ਉਹਨੂੰ ਬਾਬੇ ਫਰੀਦ ਨੇ ਵੀ ਆਖਿਆ ਹੈ, ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਆ 5 ਵਕਤ ਮਸੀਤ। ਮੁਸਲਮਾਨ ਵੀਰਾਂ ਦੇ ਵਿੱਚ ਫਜਰ ਦੀ, ਅਸਰ ਦੀ, ਮਗਰਬ ਦੀ, ਜੋਹਰ ਦੀ, ਈਸ਼ਾ ਦੀ, ਇਹ 5 ਨਮਾਜ਼ਾਂ ਨੇ। ਜਿਸ ਵੇਲੇ ਸੁਬਹ ਦੀ ਨਮਾਜ਼ ਪੜ੍ਹਨ ਲੱਗਾ, ਸੁਬਹ ਦੀ ਨਮਾਜ਼ ਪੜ੍ਹ ਕੇ ਸਿਜਦਾ ਧਰਤੀ 'ਤੇ ਕਰਨਾ ਹੁੰਦਾ ਹੈ। ਮੁਸਲਮਾਨਾਂ ਨੇ ਥੱਲੇ ਮੱਥਾ ਟੇਕਣਾ ਹੁੰਦਾ ਹੈ। ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਮੁਸਲਮਾਨ ਵੀਰ ਜਿੰਨੇ ਵੀ ਹਨ, ਉਹ ਪੱਛਮ ਵੱਲ ਨੂੰ ਸਿਰ ਝੁਕਾਉਂਦੇ, ਕਿਉਂਕਿ ਸਾਡੇ ਹਿੰਦੁਸਤਾਨ ਤੋਂ ਜਿਹੜਾ ਮੱਕਾ ਹੈ, ਅਰਬ ਹੈ, ਉਹ ਪੱਛਮ ਵੱਲ ਹੈ, ਜਾਣੀ ਛੁਪਦੇ ਵੱਲ ਹੈ, ਜਿੱਧਰ ਨੂੰ ਸੂਰਜ ਛਿਪਦਾ ਹੈ। ਪਰ ਕਮਾਲ ਇਹ ਹੋ ਗਈ, ਜਿਸ ਵੇਲੇ ਭੀਖਮ ਸ਼ਾਹ ਫਕੀਰ ਨੇ ਸਿਰ ਝੁਕਾਇਆ, ਪੱਛੋਂ ਵੱਲੋਂ ਮੂੰਹ ਘੁਮਾ ਕੇ ਚੜ੍ਹਦੇ ਵੱਲ, ਜਿੱਧਰੋਂ ਸੂਰਜ ਚੜ੍ਹਦਾ ਹੈ, ਪੂਰਬ ਵੱਲ, ਪੰਜਾਬ 'ਚੋਂ ਜਣੀ ਪਟਨੇ ਦੀ ਧਰਤੀ ਵੱਲ ਮੂੰਹ ਕਰਕੇ ਉਸ ਮੁਸਲਮਾਨ ਫਕੀਰ ਸਾਈਂ, ਉਸ ਰੱਬ ਦੇ ਪਿਆਰੇ ਭੀਖਮ ਸ਼ਾਹ ਨੇ ਸਿਰ ਝੁਕਾਇਆ, ਸਜਦਾ ਕੀਤਾ। ਅਤੇ ਜਿਹੜੇ ਨਾਲ ਪੜ੍ਹਨ ਵਾਲੇ ਹੋਰ ਸਾਥੀ ਸਨ, ਉਹਨਾਂ ਨੇ ਭੀਖਮ ਸ਼ਾਹ ਨੂੰ ਪੁੱਛਿਆ ਨਮਾਜ਼ ਹੋ ਜਾਣ ਤੋਂ ਬਾਅਦ, ਸਾਈਂ ਜੀ ਕੀ ਗੱਲ ਹੋ ਗਈ? ਅੱਜ ਨਮਾਜ਼ ਪੱਛਮ ਦੀ ਬਜਾਏ ਪੂਰਬ ਵੱਲ ਪੜ੍ਹੀ, ਅੱਜ ਰੱਬ ਦੇ ਘਰ ਵੱਲ ਸਿਰ ਨਹੀਂ ਝੁਕਾਉਣਾ ਕਿਉਂ? ਮੱਕੇ ਸ਼ਰੀਫ ਨੂੰ ਉਹ ਰੱਬ ਦਾ ਘਰ ਮੰਨਦੇ ਆ। ਸਾਸਨ ਜਿਹੜਾ ਜਿਸ ਜਗ੍ਹਾ ਦੇ ਉੱਤੇ ਹੱਜ ਕਰਨ ਜਾਂਦੇ ਆ ਮੁਸਲਮਾਨ ਲੋਕ, ਤੁਸੀਂ ਰੱਬ ਦੇ ਘਰ ਵੱਲ ਸਿਜਦਾ ਨਹੀਂ ਕੀਤਾ। ਅੱਜ ਤੁਸੀਂ ਪੂਰਬ ਵੱਲ ਸਿਰ ਝੁਕਾਇਆ ਹੈ। ਇੱਧਰ ਤੇ ਕਾਫਿਰ ਲੋਕ, ਹਿੰਦੂ ਲੋਕ ਸਿਰ ਝੁਕਾਉਂਦੇ ਆ ਚੜ੍ਹਦੇ ਵੱਲ, ਸੂਰਜ ਨੂੰ ਸਲਾਮਾਂ ਜਿਹੜੇ ਕਰਦੇ ਆ। ਅਸੀਂ ਤੇ ਪੱਛਮ ਦੀ ਧਰਤੀ ਵੱਲ ਕਰਦੇ ਕਿਉਂ? ਕਿਉਂਕਿ ਉੱਧਰ ਰੱਬ ਦਾ ਘਰ ਹੈ। ਉਸ ਫਕੀਰ ਰੱਬ ਦੇ ਪਿਆਰੇ ਸੈਯਦ ਸੀ। ਉਹ ਸੈਯਦ ਮੁਸਲਮਾਨਾਂ ਵਿੱਚ ਬੜੀ ਉੱਚੀ ਮੰਨੀ ਪ੍ਰਮੰਨੀ, ਬਹੁਤ ਉੱਚੀ ਇੱਕ ਕਹਿ ਲਓ ਕਿ ਜਾਤੀ ਹੈ।
ਉਹਨਾਂ ਦਾ ਮੁਸਲਮਾਨ ਵੱਡੇ ਵੱਡੇ ਘਰਾਣੇ ਰਾਜੇ ਰਜਵਾੜੇ ਵੀ ਸਤਿਕਾਰ ਕਰਦੇ ਹਨ। ਉਸ ਸੈਯਦ ਭੀਖਮ ਸ਼ਾਹ ਨੇ ਆਖਿਆ, ਕਹਿਣ ਲੱਗਾ, ਗੱਲ ਸੁਣੋ, ਗੱਲ ਤੁਹਾਡੀ ਮੈਂ ਸੁਣ ਲਈ। ਤੁਸੀਂ ਕਹਿੰਦੇ ਉਧਰ ਸਿਰ ਨਹੀਂ ਝੁਕਾਇਆ, ਪੱਛਮ ਵੱਲ ਰੱਬ ਦਾ ਘਰ ਹੈ। ਉਹ ਬੱਚਿਓ, ਸੱਚ ਗੱਲ ਹੈ, ਮੈਂ ਰੱਬ ਦੇ ਘਰ ਵੱਲ ਸਿਰ ਨਹੀਂ ਝੁਕਾਇਆ, ਪਰ ਇਸ ਗੱਲ ਵਿੱਚ ਮੈਂ ਗੁਨਾਹਗਾਰ ਨਹੀਂ, ਕਿਉਂਕਿ ਅੱਜ ਰੱਬ ਦੇ ਘਰ ਵੱਲ ਨਹੀਂ, ਅੱਜ ਖੁਦ ਰੱਬ ਪੂਰਬ ਦੀ ਧਰਤੀ ਤੇ ਆਇਆ, ਮੈਂ ਰੱਬ ਵੱਲ ਸਿਰ ਝੁਕਾ ਰਿਹਾ। ਪੂਰਬ ਦੀ ਧਰਤੀ ਉੱਤੇ ਪਟਨੇ ਦੇ ਵਿੱਚ ਅੱਜ ਇੱਕ ਅਗੰਮੀ ਜੋਤ ਨੇ, ਜੋ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਉਹ ਆਇਆ ਹੈ, ਉਹਦੇ ਵੱਲ ਮੈਂ ਸਿਰ ਝੁਕਾ ਰਿਹਾ, ਸਿਜਦਾ ਕਰ ਰਿਹਾ। ਪਟਨੇ ਚਲਾ ਵੀ ਗਿਆ, ਜਾ ਕੇ ਦਰਵਾਜ਼ੇ ਤੇ ਬੈਠ ਗਿਆ। ਕਹਿੰਦਾ ਜੀ ਖਾਣਾ ਪੀਣਾ ਕੁਝ ਨਹੀਂ, ਜਿੰਨਾ ਸਮਾਂ ਦਰਸ਼ਨ ਨਹੀਂ ਕਰਾਉਂਦੇ, ਬਸ ਸਮਾਧਾ ਲਾ ਕੇ ਬੈਠ ਗਏ ਆ, ਦਰਸ਼ਨ ਕਰਕੇ ਜਾਵਾਂਗੇ। ਘਰ ਦੇ ਜੀਆਂ ਨੇ ਆਖਿਆ ਰਹਿਣ ਦਿਓ, ਕਹਿੰਦੇ ਜੀ ਨਹੀਂ, ਦਰਸ਼ਨ ਕਰਕੇ ਹੀ ਜਾਵਾਂਗੇ। ਤੇ ਸਾਧ ਸੰਗਤ ਫਿਰ ਦਰਸ਼ਨ ਕੀਤੇ, ਮਰ ਦੇ ਅੱਗੇ 2 ਕੂਜੇ ਕਰ ਦਿੱਤੇ। ਉਹਦਾ ਮਤਲਬ ਸੀ ਦੇ ਖੱਬੇ ਕੂਜੇ ਤੇ ਹੱਥ ਰੱਖਣਗੇ, ਦਾ ਮਤਲਬ ਹਿੰਦੂਆਂ ਦੇ ਗੁਰੂ ਹੋਣਗੇ, ਸੱਜੇ ਤੇ ਦੁੱਧ ਵਾਲੇ ਤੇ ਰੱਖਣਗੇ ਤੇ ਮੁਸਲਮਾਨਾਂ ਦੇ ਪੀਰ ਹੋਣਗੇ। ਗੁਰੂ ਕਲਗੀਧਰ ਮਹਾਰਾਜ ਨੇ ਆਪਣੀ ਆਤਮਿਕ ਸ਼ਕਤੀ ਵਰਤੀ। ਜੋ ਇਹ ਚੀਜ਼ ਖੇਡ ਹੋਈ ਹੈ ਕੇਵਲ ਭੀਖਮ ਸ਼ਾਹ ਨੂੰ ਦਿਖੀ, ਉਹਨੇ ਬਾਅਦ ਵਿੱਚ ਦੱਸਿਆ ਸੰਗਤ ਨੂੰ ਵੀ ਮੈਂ ਆਹ ਕਾਰਨ ਸੀ, ਆਹ ਕੁਝ ਕੀਤਾ, ਇਤਿਹਾਸ ਵਿੱਚ ਲਿਖਿਆ ਮਿਲਦਾ। ਉਹਦੇ ਮਨ ਵਿੱਚ ਸੀ ਦੇਖਾਂਗੇ ਕਿਹੜੇ ਕੂਜੇ ਤੇ ਹੱਥ ਰੱਖਣਗੇ। ਕਲਗੀਧਰ ਮਹਾਰਾਜ ਨੇ ਦੋਵੇਂ ਕੂਜਿਆਂ ਤੇ ਹੱਥ ਰੱਖ ਦਿੱਤਾ, ਜਿਹਦਾ ਮਤਲਬ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ, ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਸਾਨੂੰ ਦੋਵੇਂ ਬਰਾਬਰ ਪਿਆਰੇ ਨੇ। ਤੇ ਸਾਧ ਸੰਗਤ ਭੀਖਮ ਸ਼ਾਹ ਦੀ ਨਿਸ਼ਾ ਹੋ ਗਈ, ਸਿਰ ਝੁਕਾ ਕੇ ਆਇਆ। ਐਸੇ ਸਤਿਗੁਰੂ ਗੁਰੂ ਕਲਗੀਧਰ, ਉਹਨਾਂ ਦੇ ਕਿਹੜੇ ਕਿਹੜੇ ਕੌਤਕਾਂ ਦੀ ਗੱਲ ਕਰੀਏ। ਉਹਨਾਂ ਦੇ ਛੋਟੇ ਛੋਟੇ ਬਾਲ ਨਿਆਣੇ ਉਹਨਾਂ ਦੇ ਨਾਲ ਇੰਨਾ ਪਿਆਰ ਕਰਦੇ ਸਨ ਕਿ ਜੋ ਕਹਿ ਦਿੰਦੇ ਬੱਚੇ ਉਹੀ ਉਹ ਕਰ ਦਿੰਦੇ। ਦੁਨੀਆ ਦੀ ਕਿਸੇ ਸ਼ੈ ਦੇ ਨਾਲ ਤੇ ਉਹਨਾਂ ਪਿਆਰ ਤੇ ਸਾਧ ਸੰਗਤ ਬਚਪਨ 'ਚ ਨਹੀਂ ਕੀਤਾ। ਕਈ ਕਹਿੰਦੇ ਜੀ ਆਨੰਦਪੁਰ ਸਾਹਿਬ ਕਲਗੀਧਰ ਜੀ ਨੇ ਆਪਣਾ ਸਾਰਾ ਸਮਾਨ ਵਹਾ ਦਿੱਤਾ ਸਤਲੁਜ ਦਰਿਆ ਦੇ ਵਿੱਚ। ਉਹ ਨਹੀਂ ਭਾਈ, ਕੱਲਾ ਆਨੰਦਪੁਰ ਸਾਹਿਬ ਨਹੀਂ, ਉਹ ਪਟਨਾ ਸਾਹਿਬ ਦੀ ਧਰਤੀ 'ਚ ਸੋਨੇ ਦੇ ਕੰਗਣ ਨਦੀ 'ਚ ਮਾਰੇ ਵਗਾ ਕੇ, ਇੱਕ ਮਾਰਿਆ ਵਗਾ ਕੇ ਮਾਤਾ ਗੁਜਰੀ ਜੀ ਨੂੰ ਲੱਗਿਆ ਪਤਾ ਕਿ ਲਾਲ ਜੀ ਨੇ ਨਦੀ 'ਚ ਸੁੱਟ ਦਿੱਤਾ ਕੰਗਣ। ਆਈ ਪੁੱਛਿਆ ਲਾਲ ਜੀ ਕੰਗਣ ਕਿੱਥੇ ਸੁੱਟਿਆ, ਦੂਜੇ ਹੱਥ 'ਚੋਂ ਲਾ ਕੇ ਵੀ ਮਾਰਿਆ ਵਗਾ ਕੇ, ਕਹਿੰਦੇ ਮਾਤਾ ਜੀ ਉੱਥੇ ਜੇ ਸੁੱਟਿਆ। ਮਾਤਾ ਨੇ ਚੁੰਮ ਕੇ ਗਲ ਨਾਲ ਲਾ ਲਿਆ, ਆਖਿਆ ਕਿ ਇਹ ਮੇਰਾ ਪੁੱਤਰ, ਇਹਨੂੰ ਦੁਨਿਆਵੀ ਧਨ ਪਦਾਰਥ ਦੁਨੀਆ ਦੀ ਕਿਸੇ ਸ਼ੈ ਦੇ ਨਾਲ ਮੋਹ ਨਹੀਂ ਹੈ। ਪਟਨੇ ਦੀ ਧਰਤੀ ਉੱਤੇ 3.5 ਸਾਲ ਪਿਤਾ ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਢਾਕੇ ਵੱਲ ਸਨ। ਪਿਤਾ ਜੀ ਨੂੰ ਮਿਲਣ ਦੀ ਗੱਲ ਕਰਦੇ ਰਹੇ। 3.5 ਸਾਲ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਆਏ, ਪਟਨਾ ਸਾਹਿਬ ਆ ਕੇ ਮਿਲੇ, ਬੜਾ ਪਿਆਰ ਕੀਤਾ। ਫੇਰ ਛੱਡ ਕੇ ਗੁਰੂ ਤੇਗ ਬਹਾਦਰ ਜੀ ਪੰਜਾਬ ਨੂੰ ਆ ਗਏ। ਪੰਜਾਬ ਆਏ, ਪੰਜਾਬ ਆ ਕੇ ਪੰਜਾਬ ਵਿੱਚ ਗੁਰੂ ਕਲਗੀਧਰ ਮਹਾਰਾਜ ਨੂੰ ਸੱਦਿਆ। ਕੈਸਾ ਉਹਨਾਂ ਦਾ ਜੀਵਨ। ਹਜੇ ਪਿਤਾ ਦੇ ਨਾਲ 6 ਸਾਲ ਦੀ ਉਮਰ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਆਨੰਦਪੁਰ ਸਾਹਿਬ। ਪਿਆਰ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਭਾਂਤ ਭਾਂਤ ਕੀ ਦੀਨੀ ਸਿੱਖਿਆ ਉਹ ਆਪਣੀ ਬਾਣੀ 'ਚ ਲਿਖਦੇ ਆ ਕਿ ਮੇਰੇ ਮਾਤਾ ਪਿਤਾ ਨੇ ਮੇਰੀ ਬੜੇ ਤਰੀਕਿਆਂ ਨਾਲ ਰੱਖਿਆ ਕੀਤੀ ਤੇ ਮੈਨੂੰ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ। ਦੀਨੀ ਭਾਂਤ ਭਾਂਤ ਕੀ ਸਿੱਖਿਆ, किन्नी अनक भांत तन रक्षा। बड़े मदर देश हमको जब ले आए, भांत भांत दईयां न दुलराए। ते वो अपनी जन्म कथा विच लिखदे आ जदों पंजाब च आए सानू बड़े लाड़ कीते गए संगतां वल्लों। पर हजे 9 साल दी उम्र, तुसी थोड़ा जिहा सोचो अपने बच्चे 9-9 साल दे किड्डे क हुंदे आ। 9 साल दी उम्र दे विच गुरु कलगीधर महाराज सच्चे पातशाह दे सामने एडा एडा वड्डा कह लो कि हजूम लोगों का आ गया कि गुरु तेग बहादुर साहब नूं आके सारे देश दे हिंदुआं ने बेनती कर दी, साडी बांह फड़ लो, साडा तिलक साडा जनेऊ अज लाहिया जा रहा है।
जे तुसी साडी बांह नहीं फड़ोगे तो अज साडा तिलक अते जंजू खतरे विच है, खत्म हो जावांगे। गुरु तेग बहादुर साहब महाराज सच्चे पातशाह ने कलगीधर महाराज जी जो गोद विच बैठे सन उन्हां वल इशारा करके आख्या, लाल जी तुसी की कहने हो, तुहाडी की इच्छा है? अपने मिठे बोलां वाले, ताजां वाले, बाजां वाले, साजां वाले, मिठियां आवाजां वाले। आहा, सतगुरु कलगीधर महाराज ने बचन कीता, पिता जी तुसी इन्हां दी बांह फड़ लो। गुरु तेग बहादुर साहब ने आख्या, लाल जी जे मैं इन्हां दी बांह फड़ लई ते तेरे सिर दे उत्तों पिता दा साया उठ जाएगा, सिर देना पएगा। सिर दित्तियां बिना नहीं रहना धर्म, हुण सिर देना पएगा। ते गुरु तेग बहादुर साहब महाराज दे बचन सुन के गुरु कलगीधर महाराज ने इउं नहीं कि बच्चों वाली गल कीती जिवें अनजान बच्चे करते हैं, बचपना तो उन्हां च है ही नहीं। वो तो खुद नारायण ने। उन्होंने तो भीखम शाह जदों दूजी वार मिलता है ना लखनौर की पावन धरती ते, हजे आनंदपुर साहब तो आए भी नहीं सी, पटने तो वापस आउंदियां आउंदियां अंबाले के लागे लखनौर पिंड है, माता गुजरी जी के पेके पिंड है, उत्थे दूजी बार फिर मिले भीखम शाह फकीर। गुरु कलगीधर महाराज नूं गोदी च चुक्या, उन्हें गोदी च चुक के एक उहदे नाल होर मुसलमान फकीर आया सी, वो सैड जे नूं लै गया, कुछ वचन कीते। वचन करन तो बाद गुरु कलगीधर महाराज नूं ने गोदी चों ला दिता। हजे छोटी उम्र सी, 6 साल दे सन। गोदी चों लाया ते जिथे महाराज ने चरण रखे सी वो मिट्टी नूं चुक के उन्हें आ मत्थे नूं लाया, अपने शरीर ते लाया। ते कोल खड़े एक मुसलमान फकीर ने आख्या, संत जी आ की करी जाने हो? एडे वड्डे फकीर हो के, मुसलमानां दे विच पूजे जाण वाले फकीर हो के, ते तुसी एक छोटे जे बच्चे दे, एक ऐसे बच्चे दे जो अपने धर्म विच भी नहीं और जो उम्र भी जिहदी वड्डी नहीं, छोटी जी उम्र वाला, गैर धर्म वाला अते एक बच्चा, ਉਹਦੇ ਤੁਸੀਂ ਚਰਨਾਂ ਦੀ ਧੂੜੀ ਮੱਥੇ ਨੂੰ ਲਾਈ ਜਾਂਦੇ ਹੋ? ਇਹ ਤਾਂ ਬਹੁਤ ਵੱਡੀ ਗੱਲ ਹੈ। ਇਹ ਕਿਉਂ ਕਰ ਰਹੇ? ਉਸ ਵੇਲੇ ਭੀਖਮ ਸ਼ਾਹ ਨੇ ਉਦੋਂ ਹੀ ਆਖ ਦਿੱਤਾ ਸੀ, ਇਹ ਤੇਰਾ ਭੁਲੇਖਾ ਹੋ ਸਕਦਾ ਹੈ, ਤੈਨੂੰ ਇਹਨਾਂ ਦਾ ਸਰੀਰ ਦਿਖਦਾ ਹੈ, ਮੈਨੂੰ ਇਹਨਾਂ ਦੀ ਜੋਤ ਦਿਖਦੀ ਹੈ। ਇਹ ਬਾਲਕ ਨਹੀਂ। ਜਦੋਂ ਅਸੀਂ ਸਮਾਧੇ ਲਾ ਕੇ ਰੱਬੀ ਦਰਗਾਹ ਦੇ ਵਿੱਚ ਅੱਗੇ ਜਾ ਕੇ ਝੋਲੀਆਂ ਅੱਡ ਕੇ ਖੜ੍ਹਦੇ ਆ ਨਾ, ਦੁਨੀਆ ਦੇ ਲਈ ਦੁਆਵਾਂ ਕਰਦੇ ਆ, ਤੇ ਜਿਹੜੀਆਂ ਦੁਆਵਾਂ ਪੂਰੀਆਂ ਕਰਦਾ ਨਾ ਉਹ ਇਹ ਹੈ, ਜਿਹਦੇ ਕੋਲੋਂ ਝੋਲੀਆਂ ਭਰ ਭਰ ਕੇ ਮੰਗਦੇ ਆ, ਇਹ ਆ ਉਹ। ਐਸੀ ਕਲਾ ਦੇ ਮਾਲਕ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ। ਉਹ ਉਹਨਾਂ ਨੂੰ ਬੱਚਾ ਨਾ ਸਮਝਿਆ ਜਾਏ। 9 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੀ ਆਤਮਿਕ ਅਵਸਥਾ ਬੜੀ ਉੱਚੀ ਹੈ, ਮਾਤਾ ਗੁਰੂ तेग बहादुर साहब नूं आख्या गया, पिता जी इन्हां दी बांह फड़ लो। उन्होंने आख्या, कहन लगे, लाल जी जेकर ये इन्हां दी बांह फड़ी तो सिर दिता देना पएगा। ते पिता जी दे दिओ तुसी। ते नाल आख्या, जे मैं सिर दे दिता ते तुहाडे सिर तो पिता दा साया उठ जाएगा। देखो किड्डा वड्डा बचन सी। बचन कीता, पिता जी जे मेरे सिर तो साया उठ के इन्हां लखां हिंदुआं दे बच्चियां दे सिर ते पिता दा साया रहिंदा है तां मैं अपने सिर दा साया, अपना पिता इन्हां तो कुर्बान करन लई तैयार हाँ। किसी कवि ने बड़ा सोहना लिखिया है कि जदों, ये तां है तां कवि दी इक कल्पना ही है, खैर जदों कवि लिखदा, कहंदा जदों कलगीधर महाराज साहब सच्चे पातशाह ने यह वचन किया तो उस वेले किसी ने पूछा भी गुरु कलगीधर महाराज नूं कि तुसी अज बच्चे हो, अज तुसी पुत्र हो, पिता दी थां दे उत्ते खड़ के देखो बच्चिआं, पिता नूं अपने बच्चे नाल किन्ना प्यार हुंदा है। पिता नूं जदों बच्चे छड्डणे पैंदे ते बड़ा दुख है, विछोड़ा बहुत वड्डा दुख है। बड़े बड़े देवते
ਵੱਡੇ ਵੱਡੇ ਅਵਤਾਰ ਵਿਛੋੜੇ ਦੇ ਸਾਹਮਣੇ ਗੋਡਣੀਆਂ ਟੇਕ ਦਿੰਦੇ ਆ। ਬਾਣੀ 'ਚ ਲਿਖਿਆ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਜਦੋਂ ਸੀਤਾ ਜੀ ਅਤੇ ਲਛਮਣ ਦਾ ਥੋੜ੍ਹਾ ਜਿਹਾ ਵਿਛੋੜਾ ਪਿਆ ਸੀ ਤੇ ਰਾਮ ਜੀ ਅੱਖਾਂ ਦੇ ਵਿੱਚ ਕਹਿ ਲਓ ਕਿ ਹੱਥ ਲਾ ਕੇ ਆਪਣੇ ਅੱਖਾਂ ਨੂੰ ਹੰਝੂ ਕੇਰਨ ਲੱਗ ਪਏ ਸਨ ਧਰਤੀ ਤੇ ਗੋਡਣੀਆਂ ਟੇਕ ਕੇ ਕਿ ਯਾ ਰੱਬ ਇਹ ਕੀ ਹੋ ਗਿਆ। ਆਖਿਆ ਪਿਤਾ ਦੀ ਥਾਂ ਤੇ ਖੜ ਕੇ ਵੇਖਿਓ ਕਿ ਕਿਵੇਂ ਲੱਗਦਾ ਹੈ ਪਿਤਾ ਨੂੰ ਜਦੋਂ ਆਪਣੇ ਪੁੱਤਰ ਨਾਲੋਂ ਵਿਛੜਦਾ ਹੈ। ਤੇ ਉਹਨਾਂ ਬਚਨ ਕੀਤਾ ਅੱਜ ਪੁੱਤਰ ਹਾਂ ਤੇ ਲੋਕਾਂ ਦੇ ਲਈ ਧਰਮ ਦੇ ਲਈ ਆਪਣੇ ਪਿਤਾ ਨੂੰ ਤੋਰ ਰਿਹਾ। ਮੈਂ ਬਚਨ ਕਰਦਾ ਜਦੋਂ ਮੈਂ ਪਿਤਾ ਦੀ ਥਾਂ ਤੇ ਹੋਵਾਂਗਾ ਨਾ ਤੇ ਜੇ ਲੋੜ ਪਈ ਮੈਨੂੰ ਆਪਣੇ ਪੁੱਤਰ ਤੋਰਨ ਦੀ ਤੇ ਮੈਂ ਆਪਣੇ ਪੁੱਤਰ ਤੋਰਨ ਲਈ ਇੱਕ ਵਾਰ ਵੀ ਹਿਚਕਚਾਵਾਂਗਾ ਨਹੀਂ। ਤੇ ਅੱਲਾ ਯਾਰ ਖਾਂ ਯੋਗੀ ਨੇ ਬੜਾ ਸੋਹਣਾ ਲਿਖਿਆ ਹੈ, ਪਹਿਲੇ ਪਿਤਾ ਕਟਾਇਆ अब बेटे कटाऊंगा, गुरु नानक का बाग खून जिगर से खिलाऊंगा। पिता दी लोड़ पई जिथे शीश देण दी पिता दा शीश बलिदान कर दिता। जिथे पुत्रां दी लोड़ पई ते धन कलगीधर पिता साहिब श्री गुरु गोबिंद सिंह महाराज सच्चे पातशाह ने साध संगत अपने पुत्र भी पिछे नहीं रखे। किन्ना प्यार करदे सन। ऐसे कलगीधर 9 साल की उम्र में पिता नूं तोर दिता। घर की जिम्मेवारी सिख संगत की जिम्मेवारी सिर ते आ गई। उत्ते मुगल सल्तनत औरंगजेब बादशाह इतना जुल्मी बादशाह अते आले दाले पहाड़ी राजे गुरु घर दे विरोधी हो गए। चढ़दी जवानी है महाराज सच्चे पातशाह जी की। पर साध संगत गुरु तेग बहादुर साहब का उपदेश पै काहू को देत न पै मान त्यान, ये जिहड़ा उपदेश सी आप अपने अंदर दृढ़ रखिया ते नाल साध संगत किसे अपनी सिख संगत नूं भी यही उपदेश दिता। सारियां कलां दे मालक एडे वड्डे बहादुर एडे वड्डे योधे एडे वड्डे मुरशद एडे वड्डे पीर एडे वड्डे गुरु जिन्हां दे बराबर कोई किसे नूं रखे नहीं सकते। अल्लाह यार खां योगी तो लिखता है, कहता इंसाफ करे जिवें जमाना तो यकीन है, कह दे कि गुरु गोबिंद सिंह का कोई सानी नहीं है। कहता जे दुनिया दे लोग कदे इंसाफ करनगे ते इंसाफ की तकनी नाल जदों वेखणगे ना ते कहना पएगा कि गुरु गोबिंद सिंह दे बराबर किसी नूं रखिया ही नहीं जा सकता। ये गुरु गोबिंद सिंह महाराज की गल है। वो भगतां दी भगती भी रखते हैं, दुश्मन की दुश्मनी भी रखते हैं। कमाल की गल है। एक मुसलमान फकीर पीर बुद्धू शाह गुरु कलगीधर महाराज सच्चे पातशाह जी का बड़ा प्रेमी बन गया। पौंटा साहब विखे जदों जंग होया भंगाणी का पहला युद्ध महाराज कलगीधर जी का, जिथे जंग करन तो बाद जंग जितण तो बाद साहिबजादा बाबा अजीत सिंह का जन्म होया। उत्थे उधरों जंग हुई, साहिबजादा अजीत सिंह का जन्म होया और उसे जित दे करके बाबा अजीत सिंह का नाम अजीत सिंह रखा गया। माता सुंदरी की कुखों इत्थों लंघते हुए पौंटा साहब तो आनंदपुर साहब जो वापस जा रहे सन उदों इस स्थान पर रुके सन। ये नाढा साहब की धरती जिहदा नाम इत्थे एक गुरसिख जां गुरु घर का श्रद्धालु सिख रहिंदा सी भाई नाडू शाह, उन्हें सेवा की, उहदे नां दे उत्ते नाढा साहब स्थान है। जदों इत्थों अगे आनंदपुर साहब गए है और पौंटा साहब की पावन धरती ते सन ते गुरु घर का बड़ा श्रद्धालु बनया पीर बुद्धू शाह फकीर। उहदी घरवाली बीबी नसीरा बेगम उहदा नां सी, वह भी बड़ी श्रद्धालु है। ਉਹਦੀ मैं एक घटना ਤੁਹਾਡੇ ਨਾਲ ਸਾਂਝੀ कर देवां ਤੇ फिर ਆਪਾਂ ਅੱਗੇ ਨੂੰ ਚੱਲੀਏ। गुरु कलगीधर ਦੀਆਂ ਬਾਤਾਂ ਪਾਈਏ। औरंगजेब की सभा तक गुरु गोबिंद सिंह महाराज की गल चल गई, चर्चा चल गई कि कोई पहाड़ी ते रहिंदा है। परवाह औरंगजेब का नाम सुन के हिंदू राजे थर थर कंबदे सन। पहाड़ी राजियां च ताकत नहीं सी कि औरंगजेब के सामने खड़ जाण, कोई गल कर जाण। एडा वड्डा वो इत्थों तक उहदा
ਜ਼ੋਰ ਚੱਲਦਾ ਸੀ ਲੋਕਾਂ ਦੇ ਵਿੱਚ ਕਿ ਇਹਨੇ ਤੇ ਮੁਸਲਮਾਨ ਫਕੀਰ ਸਰਮੱਦ ਤੱਕ ਨੂੰ ਮਾਰ ਦਿੱਤਾ। ਇੱਕ ਮੁਸਲਮਾਨ ਨੂੰ, ਇਹ ਮੁਸਲਮਾਨਾਂ ਨੂੰ ਨਹੀਂ ਬਖਸ਼ਦਾ, ਇਹ ਹੋਰ ਦੂਜਿਆਂ ਨੂੰ ਕੀ ਬਖਸ਼ੇਗਾ। ਪਰ ਉਦੋਂ ਇੱਕ ਗੱਲ ਚੱਲੀ, ਆਏ ਔਰੰਗਜ਼ੇਬ, ਜਿੱਥੇ ਤੇਰੇ ਹੁਕਮ ਦੇ ਨਾਲ ਕੋਈ ਹਿੰਦੂ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਉੱਚੀ ਥਾਂ 'ਤੇ ਨਹੀਂ ਬੈਠ ਸਕਦਾ। ਇਹ ਤਾਂ ਜਹਾਂਗੀਰ ਦੇ ਸਮੇਂ ਤੋਂ ਸ਼ੁਰੂ ਹੋ ਗਏ ਸਨ। ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਫੌਜ ਨਹੀਂ ਰੱਖ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ ਤੇਰੀ ਆਗਿਆ ਤੋਂ ਬਿਨਾਂ। ਉੱਥੇ ਇੱਕ ਥਾਂ ਐਸੀ ਵੀ ਹੈ ਜਿੱਥੇ ਤੇਰਾ ਹੁਕਮ ਨਹੀਂ ਚੱਲਦਾ, ਜਿੱਥੇ ਤੇਰੀ ਗੱਲ ਹੈ ਹੀ ਨਹੀਂ, ਤੇਰਾ ਖੌਫ ਹੀ ਨਹੀਂ। ਔਰੰਗਜ਼ੇਬ ਨੂੰ ਪਤਾ ਲੱਗਾ ਕਿਹੜੀ ਥਾਂ ਹੈ। ਕਹਿੰਦੇ ਉਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਜ਼ੰਦ ਹੈ, ਜਿਸ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰੀ ਈਣ ਨਹੀਂ ਮੰਨੀ। ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜਿਨ੍ਹਾਂ ਸ਼ਰੇ ਬਾਜ਼ਾਰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਦਿਆ ਪਰ ਸਿਰ ਨਾ ਦਿਆ। ਆਪਣਾ ਜੋ ਸਿਰੜ ਸੀ ਨਾ, ਆਪਣਾ ਜੋ ਅਕੀਦਾ ਸੀ ਨਾ, ਉਹ ਨਹੀਂ ਗਵਾਇਆ। ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਹੈ ਤੇ ਉਹਦਾ ਨਾਮ ਗੋਬਿੰਦ ਰਾਏ ਕਹਿੰਦੇ ਆ ਉਹਨੂੰ, ਤੇ ਦਸਮੇਸ਼ ਪਿਤਾ ਉਹਨੂੰ ਕਹਿੰਦੇ ਆ। ਦਸਮੇਸ਼ ਜਿਵੇਂ 10ਵਾਂ ਗੁਰੂ। ਕਹਿਣ ਲੱਗਾ, ਕਹਿੰਦਾ ਅੱਛਾ ਏਡੀ ਕਿਹੜੀ ਗੱਲ ਹੈ, ਮੇਰੇ ਕੋਲ ਬੜੇ ਵੱਡੇ ਵੱਡੇ ਬਹਾਦਰ ਨੇ, ਮੈਂ ਕਿਸੇ ਇੱਕ ਨੂੰ ਭੇਜ ਦਿਆਂ ਤੇ ਉਹਨਾਂ ਦੇ ਅੱਗੇ ਝੁਕ ਜਾਏਗਾ। ਉਹ ਇੱਕ ਫਕੀਰ ਦਾ ਪੁੱਤਰ ਆਖਰ ਫਕੀਰ ਹੀ ਹੋਏਗਾ, ਕਿੰਨੀ ਕੁ ਉਹਦੇ 'ਚ ਗੱਲ ਹੋਏ। ਉਸ ਵੇਲੇ ਔਰੰਗਜ਼ੇਬ ਨੇ ਆਖਿਆ, ਕਹਿੰਦਾ ਕੋਈ ਬੰਦਾ ਉੱਠੇ, ਜਿਹੜਾ ਬੰਦਾ ਉੱਠ ਕੇ ਤੇ ਇਹ ਗੱਲ ਦਾ ਪਰਨ ਲਵੇ ਕਿ ਅਨੰਦਪੁਰ ਸਾਹਿਬ ਜਾ ਕੇ, ਜਿਹੜੀ ਆਨੰਦਾਂ ਦੀ ਪੁਰੀ ਦੀ ਗੱਲ ਕਰਦੇ ਆ, ਉੱਥੇ ਜਾ ਕੇ ਉਸ ਫਕੀਰ ਨੂੰ ਆਪਣੇ ਅੱਗੇ ਝੁਕਾਵੇ ਤੇ ਉਸ ਫਕੀਰ ਨੂੰ ਅੱਗੇ ਝੁਕਾ ਕੇ ਤੇ ਮੁੜ ਕੇ ਆਵੇ ਤੇ ਇਨਾਮ ਪਾਵੇ। ਉੱਥੇ ਸਾਧ ਸੰਗਤ ਇੱਕ ਬੰਦਾ ਉੱਠਿਆ, ਉਹ ਫਕੀਰ ਜੀ ਦਾ ਨਾਮ ਬੀਬੀ ਨਸੀਰਾਂ, ਉਹਦੇ ਪਤੀ ਬਦਰੂਦੀਨ ਸ਼ਾਹ ਜਣੀ ਬੁੱਧੂ ਸ਼ਾਹ ਦਾ ਸਾਲਾ ਸੀ ਸਕਾ। ਸੈਦ ਖਾਨ ਉਹਦਾ, ਪਠਾਨ ਉਹਦਾ ਨਾਂ ਸੀ। ਦੋ ਸੈਦ ਆਉਂਦੇ, ਇੱਕ ਸੈਦ ਵੇਗ ਦਾ ਜ਼ਿਕਰ ਆਉਂਦਾ, ਇੱਕ ਸੈਦ ਖਾਨ ਦਾ ਜ਼ਿਕਰ ਆਉਂਦਾ। ਸੈਦ ਖਾਨ ਪਠਾਨ ਉੱਠਿਆ, ਉਹਨੇ ਪਾਨਾਂ ਦਾ ਬੀੜਾ ਲਿਆ। ਸਾਡੇ ਕਈ ਬੰਦੇ ਕਹਿੰਦੇ ਜੀ ਬੀੜਾ ਚੁੱਕ ਲਿਆ ਫਲਾਣੇ ਬੰਦੇ ਸਿੱਖ ਨੇ ਕੰਮ ਕਰਨ ਦਾ ਬੀੜਾ। ਉਹ ਬੀੜਾ ਪਾਨਾਂ ਦਾ ਹੁੰਦਾ ਹੈ, ਸਿੱਖ ਪਾਨ ਖਾਂਦੇ ਹੀ ਨਹੀਂ ਦੇ, ਬੀੜਾ ਕੀ ਚੁੱਕਣਾ। ਬੀੜਾ ਕਈ ਕਹਿੰਦੇ ਨਾ ਉਹਨੇ ਬੰਦੇ ਨੇ ਕੰਮ ਕਰਨ ਦਾ ਬੀੜਾ ਚੁੱਕ ਲਿਆ, ਇਹ ਨਹੀਂ। ਇਹ ਆਖੋ ਉਸ ਬੰਦੇ ਨੇ ਕੰਮ ਕਰਨ ਦਾ ਤਹਈਆ ਕੀਤਾ, ਉਦਮ ਕੀਤਾ, ਯਤਨ ਕੀਤਾ। ਸਿੱਖਾਂ 'ਚ ਬੀੜਾ ਚੁੱਕਣਾ ਗੁਰਮਤ ਨਹੀਂ। ਪਰ ਔਰੰਗਜ਼ੇਬ ਦੀ ਸਭਾ 'ਚ ਉਹਨੇ ਪਾਨਾਂ ਦਾ ਬੀੜਾ ਚੁੱਕ ਕੇ ਮੂੰਹ ਵਿੱਚ ਪਾਇਆ। ਔਰੰਗਜ਼ੇਬ ਨੇ ਇੱਕ ਸੋਹਣੀ ਸ਼ਮਸ਼ੀਰ ਬਖਸ਼ੀ ਤੇ ਹੋਰ ਕਈ ਚੀਜ਼ਾਂ ਦਿੱਤੀਆਂ ਤੇ ਬਚਨ ਕੀਤਾ, ਜਾ ਫੌਜ ਲੈ ਜਾ, ਆਨੰਦਾਂ ਦੀ ਪੁਰੀ 'ਚ ਜਾ ਤੇ ਜਾ ਕੇ ਉਸ ਫਕੀਰ ਨੂੰ ਜਾ ਝੁਕਾ ਕੇ ਆ ਮੇਰੇ ਸਾਹਮਣੇ, ਉਹਦਾ ਨਾਮੋ ਨਿਸ਼ਾਨ ਮਿਟਾ ਦੇ। ਚੱਲਿਆ ਦਿੱਲੀ ਤੋਂ, ਰਸਤੇ ਦੇ ਵਿੱਚ ਆਉਂਦਾ ਹੋਇਆ ਪੀਰ ਬੁੱਧੂ ਸ਼ਾਹ ਦੇ ਘਰ ਠਹਿਰਿਆ, ਆਪਣੀ ਭੈਣ ਕੋਲ, ਨਸੀਰਾਂ ਦੇ ਕੋਲ। ਸ਼ਾਮਾਂ ਨੂੰ ਆਇਆ, ਭੈਣ ਨੇ ਬੜਾ ਸਤਿਕਾਰ ਦਿੱਤਾ, ਪਿਆਰ ਦਿੱਤਾ। ਪੁੱਛਿਆ ਕਿੱਧਰ ਆਉਣੇ ਹੋਏ ਮੇਰੇ ਚੰਨ ਵੀਰ ਦੇ। ਉਹਨੇ ਆਖਿਆ ਮੇਰੇ ਨਾਲ ਫੌਜ ਬੜੀ ਹੈ ਭੈਣੇ, ਮੈਂ ਔਰੰਗਜ਼ੇਬ ਦੀ ਸਭਾ 'ਚ ਗੱਲ ਚੱਲੀ ਇੱਕ ਕਿਸੇ ਕਾਫਰ ਦੀ, ਉਹਨੇ ਕਾਫਰ ਸ਼ਬਦ ਵਰਤਿਆ, ਜਿਹੜਾ ਐਡੇ ਵੱਡੇ ਬਾਦਸ਼ਾਹ ਤੋਂ ਡਰਦਾ ਹੀ ਨਹੀਂ। ਐਡੀ ਵੱਡੀ ਉਹਦੀ ਤਾਕਤ ਹੋ ਗਈ ਕਿ ਔਰੰਗਜ਼ੇਬ ਦੀ ਸਭਾ ਦਾ ਇੱਕ ਲਿਖਾਰੀ ਨੰਦ ਲਾਲ ਜੀ ਦਾ ਨਾਂ ਸੀ। ਉਹ ਨੰਦ ਲਾਲ, ਉਹਨੂੰ ਔਰੰਗਜ਼ੇਬ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਪਰ ਔਰੰਗਜ਼ੇਬ ਤੋਂ ਡਰ ਕੇ ਆਨੰਦਪੁਰ ਸਾਹਿਬ ਭੱਜ ਗਿਆ ਤੇ ਆਨੰਦਪੁਰ ਛਾਨ ਨਾਲ ਰਹਿ ਰਿਹਾ। ਉਹਨੇ ਧਰਮ ਬਦਲਿਆ ਨਹੀਂ, ਇਸਲਾਮ ਨਹੀਂ ਕਬੂਲ ਕੀਤਾ, ਆਨੰਦਾਂ ਦੀ ਪੁਰੀ ਵਿੱਚ ਰਹਿ ਰਿਹਾ ਕਾਫਿਰ। ਜਦੋਂ ਪੂਰੇ ਦੇਸ਼ ਦੇ ਵਿੱਚ ਢੋਲਕੀਆਂ ਵੱਜਣੋਂ ਹਟ ਗਈਆਂ, ਚਿਮਟੇ ਵੱਜਣੋਂ ਹਟ ਗਏ, ਬਾਜੇ ਬੀਨਾ ਬੰਦ ਹੋ ਗਈ, ਮੈਂ ਸੁਣਿਆ ਉਹ ਉੱਥੇ ਰਾਗ ਪੜ੍ਹਾਉਂਦਾ ਹੈ। ਮੈਂ ਸੁਣਿਆ ਦੁਨੀਆ ਭਰ ਦੇ ਵੱਡੇ ਵੱਡੇ ਗਵਈਏ ਉਹਦੇ ਕੋਲ ਚਲੇ ਗਏ। ਔਰੰਗਜ਼ੇਬ ਨੇ ਦੂਜੇ ਧਰਮਾਂ ਦੇ ਜਿਹੜੇ ਧਾਰਮਿਕ ਕੇਂਦਰ ਨੇ ਉਹਨਾਂ 'ਤੇ ਕਬਜ਼ਾ ਕਰ ਲਿਆ, ਉੱਥੇ ਆਪਣਾ
आपा स्थापित कर दिता। हिंदू मंदिर ढा के उत्थे मस्जिदां बना दित्तियां। भाई गुरदास जी ने आख्या ठाकुर द्वारे ढाए कै ते ठौरी मस्जिद उसारा। इन्ना कुछ होने के बावजूद इस धरती के उत्ते भी कोई ऐसी थां है जिहड़ा औरंगजेब के खिलाफ चले, मैं उन्होंने कुचल देंगा। तो भैन कहन लगी है कौन है वो कहन लगा मैं सुनिया सिखां दा गुरु है कोई गोबिंद राय, गोबिंद गोबिंद करके कहंदे आ। बस जदों ये गल उन्हें आखी ना भैन ने ते हत्थ कंब गए। उहदे हत्थ 'च फड़िया होया पानी का प्याला हिलन लग्या। पुछण लग्या की हो गया, की करा, की गल भैन इन्नी परेशान क्यों हो गई। उन्हें आख्या वीरा वो तेनू भुलेखा है, मैं तेनू प्यार करदी हाँ बहुत, पर वो उच्चियां पहाड़ियां ते जिहड़ा रहिंदा ना बड़ा उच्चा है। वो मेरा मुरशद है पीर बुद्धू शाह बदरुद्दीन शाह, जिहदे अगे बड़े बड़े कई नवाब जी दा अदब करदे आ। वो उन्हां दी कदम बूशी करदा, उन्हां दे कदम चुमदा जाके। भुलेखा ना खाई, भुलेखे नाल ना किते ਉਹਦੇ ਕੋਲ चला जाई। ਉਹਦੀ प्यार की मार भी झलनी औखी, ਉਹਦੀ तलवार की मार भी झलनी बड़ी औखी। ਉਹ ਤੇ हर पासे तो मुकम्मल है। ਜਦੋਂ ਇਹ ਗੱਲ आखी ना ਉਹਨੇ पानी नहीं फड़िया अपनी भैन के हत्थ का। कहन लगा जे मैनू पता हुंदा तुसी ऐसे काफर गुरु नूं मनदे, एक मुसलमान हो के मैं तेरे मत्थे ही नहीं सी लगना। जिहदियां इन्नियां सिफतां करदियां ना, कल नूं चढ़दे सूरज मैदानी जंग विच वेखी मेरे अगे गोडणियां ना टकाइयां तां मैनू अपना भरा ना आखी। ये गल उहने आखी सासंग ते चल पिया सासंग आनंदपुर साहब। उधरों नसीरां हथ जोड़ के खड़ गई। धन गुरु गोबिंद सिंह साहब सच्चे पातशाह, हे प्रेम नूं जानण वाले, मैं तां दोवें पासियां तो जानी हाँ। जे मैं तुहाडी गल करां ते मेरा वीर जांदा है, जे वीर दी गल करां मेरा ईमान जांदा है। ऐ दुनिया दे मालक, मैं सुनिया जिहड़ा तेरे दर नाल जुड़ जांदा है ਉਹਦੇ लोक सुखीए ते परलोक भी सुहेले करदा है। तू ਉਹਦਾ दीन भी रखदा है ते ਉਹਦੀ दुनी भी रखदा है। अज मेरे उत्ते वक्त पिया ऐ कलगीधर, अज मेरा दीन भी रख दे ते मेरी दुनिया भी रख दे। मेरे भरा नूं भी रख लै ते मैनू भी रख लै, तेरे नाल जुड़ी होई नूं। तू मेरे वीर आया हो चढ़ के, पर अज उहनूं तू तलवार दी मार ना मारी। बस उहनूं एक अज तू मार जरूर नहीं, पर प्यार दी मार मारी। अज हथ जोड़ के अरदासां करदी ये आनंदपुर साहब पहुँच गया। कलगीधर महाराज नूं जाके सुनेहा ला दिता। कहंदा जाओ गुरु गोबिंद सिंह नूं आखो, ਸਿੰਘਾਂ ਨੂੰ आख्या कि गुरु गोबिंद सिंह नूं आखो अज पठान आया, सैद खान तुहाडे नाल लड़ना चाहुंदा है। तुहाडे बारे सुनिया बड़ा है, मैं सिफत बड़ी सुनी तुहाडे शस्त्रां दी, तुहाडे तीरां दी, तुहाडे तलवारां दी। अज फिर दो हथ वेख लईए। जदों ये आख्या ते नाल आख्या अज लोकां दे पुत्तां नूं अगे ना लायो, कोई सूरमा ना भेजो। अज मैदाने जंग च जा ते गुरु गोबिंद सिंह होएगा ਜਾਂ सैद खान पठान होएगा, दूजा नहीं तीजा नहीं कोई होएगा। तुसी ते मैं दोवें होने चाहिए। ये गल सुनेहा भेज दिता। ਸਿੰਘਾਂ ਦੇ डौले फर्क उठे। ਜਿਹੜੇ ਸਿੰਘ गुरु जी नूं प्यार करते सन, भाई उदय सिंह वर्गे, भाई बचित्र सिंह वर्गे, ਜਿਹੜੇ मार के नागणी बरछा हाथी दे मत्थे ते बन्ने तविਆਂ नूं पाड़न दी ताकत रखते हैं। एडे एडे बहादुर सूरमे योधे। उन्होंने मर नूं आख्या सच्चे पातशाह है की चीज़ है ये, तुसी एक बार थोड़ा जिहा हुक्म ते करो, लताड़ के रख देंगे, थोड़ा इशारा चाहिए। महाराज कहंदे ਸਿੰਘੋ नहीं, अज तुहाडे शस्त्र काम नहीं करनगे। अज नहीं महाराज, सानू आग्या दो। भाई दया सिंह वर्गे ते होर जिहड़े सूरमे सन वो भी बड़े बहादुर सन। महाराज कहंदे चलो अगे अगे ते तुसी खड़ जाओ ते मैं आउणा। सिंह गए सामने, सैद खां पठान पूरी तैयारी चैन बख्तर बख्तर ला के ते शरीर दे उत्ते संजूआं कस के ते कलगीधर महाराज बारे कहंदा कित्थे है
ਤੁਹਾਡਾ ਗੁਰੂ। ਕਹਿੰਦੇ ਕੋਈ ਨਾ, ਉਡੀਕ ਲੈ ਆ ਰਹੇ ਆ। ਮਹਾਰਾਜ ਨੀਲੇ ਤੇ ਸਵਾਰ, ਆਹਾ ਮਹਾਰਾਜ ਦਾ ਘੋੜਾ ਟੱਪ 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 ਕਰਦਾ ਆਉਂਦਾ। ਸਿੰਘਾਂ ਦੇ ਵਿੱਚੋਂ ਚਿੱਟੀ ਕਲਗੀ ਚਮਕੀ ਆ ਤੇ ਮਹਾਰਾਜ ਜੀ ਦੇ ਆਉਣ ਨਾਲ ਸਿੰਘ ਪਰੇ ਹੋ ਗਏ ਤੇ ਗੁਰੂ ਕਲਗੀਧਰ ਮਹਾਰਾਜ ਦਾ ਜਿਉਂ ਚਿਹਰਾ ਤੱਕਿਆ ਨਾ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਵੱਲ ਦੇਖਦਾ ਹੀ ਰਹਿ ਗਿਆ। ਮਹਾਰਾਜ ਹੱਸ ਕੇ ਕਹਿਣ ਲੱਗੇ, ਓਏ ਸੈਦ ਖਾਨ, ਤੱਕਦਾ ਕੀ ਆ, ਜਿਹੜੇ ਕੰਮ ਆਇਆ ਆ ਜਾ, ਕਰ ਵਾਰ, ਤੇਰਾ ਜਵਾਰ ਹੈ। ਕਹਿੰਦਾ ਬਈ, ਅੱਗੋਂ ਕਹਿਣ ਲੱਗਾ ਗੁਰੂ ਜੀ ਨੂੰ, ਕਹਿੰਦਾ ਮੈਂ ਸੁਣਿਆ ਸੀ ਕਿ ਗੁਰੂ ਦੀ ਉਮਰ ਛੋਟੀ ਹੋ ਹੈ, ਗੁਰੂ ਹਜੇ ਬਹੁਤੀ ਜ਼ਿਆਦਾ ਉਮਰ ਨਹੀਂ, ਪਰ ਮੈਂ ਇਹ ਜਾਣ ਵੀ ਗਿਆ ਕਿ ਗੁਰੂ ਨੂੰ ਸਮਝ ਵੀ ਕੋਈ ਨਹੀਂ। ਕਿਉਂ? ਕਿਉਂਕਿ ਜੇ ਗੁਰੂ ਸਾਹਿਬ ਤੁਹਾਨੂੰ ਮੇਰੇ ਬਾਰੇ ਪਤਾ ਹੁੰਦਾ ਨਾ, ਤੇ ਤੁਸੀਂ ਇਹ ਨਹੀਂ ਸੀ ਕਹਿਣਾ ਕਿ ਸੈਦ ਖਾਂ ਪਹਿਲਾ ਵਾਰ ਤੇਰਾ, ਤੁਸੀਂ ਕਹਿਣਾ ਸੀ ਮੈਂ ਵਾਰ ਕਰੂੰ ਪਹਿਲਾਂ। ਕਿਉਂਕਿ ਅੱਜ ਤੱਕ ਪਹਿਲਾ ਵਾਰ ਇਹ ਕੀਤਾ ਮੈਂ, ਤੇ ਦੂਜੇ ਦੀ ਲੋੜ ਹੀ ਨਹੀਂ ਪਈ ਜੀ, ਤੇ ਮੈਂ ਪਹਿਲਾ ਵਾਰ ਕਰਤਾ, ਬਸ ਪਾਰ ਬੁਲਾ ਦਿੱਤਾ। ਗੁਰੂ ਜੀ ਮੁਸਕਰਾ ਕੇ ਕਹਿੰਦੇ ਚਲੋ ਵਚਨ ਕਰ ਦਿੱਤਾ, ਚੱਲ ਚਲਾ। ਫਿਰ ਉਹਨੇ ਸ੍ਰੀ ਸਾਹਿਬ ਕੱਢੀ ਸਾਧ ਸੰਗਤ, ਪੂਰੇ ਤੇਜ਼ ਹਵਾ ਦੇ ਨਾਲ ਘੁਮਾ ਕੇ ਗੁਰੂ ਕਲਗੀਧਰ ਮਹਾਰਾਜ ਦੇ ਉੱਤੇ ਉਹਨੇ ਭਰਮਾ ਵਾਰ ਕੀਤਾ। ਮਹਾਰਾਜ ਇੱਕਦਮ ਮਾੜੇ ਜੇ ਪਿੱਛੇ ਹਟੇ ਸਹਿਜ ਦੇ ਵਿੱਚ, ਮਹਾਰਾਜ ਨੇ ਉਹਦਾ ਵਾਰ ਢਾਲ ਤੇ ਰੋਕ ਲਿਆ। ਜਿਉਂ ਢਾਲ ਤੇ ਵੱਜਿਆ, ਚੰਗਿਆੜੇ ਨਿਕਲ ਗਏ ਸਾਧ ਸੰਗਤ ਢਾਲ ਤੇ ਵੱਜਣ ਦੇ ਨਾਲ ਤਲਵਾਰ ਦੇ। ਮਹਾਰਾਜ ਫੇਰ ਮੁਸਕਰਾਏ। ਦੇਖੋ ਇਹ ਕੋਈ ਗੁਰੂ ਗੋਬਿੰਦ ਸਿੰਘ ਤੋਂ ਹੀ ਸਿੱਖ ਸਕਦਾ ਹੈ। ਇੱਕ ਪਾਸੇ ਮੈਦਾਨੇ ਜੰਗ ਹੈ, ਦੁਸ਼ਮਣ ਦੇ ਤ੍ਰਿਲੀਆਂ ਪਈਆਂ ਹੋਈਆਂ, ਦੁਸ਼ਮਣ ਪੂਰੇ ਰੋਬ 'ਚ, ਅੱਖਾਂ ਲਾਲ ਨੇ, ਮੁੱਛਾਂ ਕੁੰਡੀਆਂ ਨੇ, ਲਲਕਾਰੇ ਮਾਰਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੱਸੀ ਜਾਂਦੇ ਆ, ਮੁਸਕਰਾਈ ਜਾਂਦੇ ਆ। ਆਹਾ ਇਹ ਹੈ ਬਾਦਸ਼ਾਹ ਦਰਵੇਸ਼। ਨਾਲੇ ਨਾ ਇਹਦੇ ਵਰਗਾ ਕੋਈ ਜੋਗੀ, ਨਾ ਇਹਦੇ ਵਰਗਾ ਕੋਈ ਰਾਜਾ। ਹਰੇਕ ਚੀਜ਼ ਸਾਹਿਬੇ ਕਮਾਲ, ਯਾਨੀ ਕਮਾਲ ਦਾ ਸਾਹਬ, ਜੀ ਤੋਂ ਉੱਤੇ ਸਾਹਬ ਹੀ ਨਹੀਂ ਕੋਈ। ਕਮਾਲੇ ਕਰਾਮਾਤ ਕਾਇਮ ਕਰੀਮ ਹੈ ਜਿਹੜਾ, ਜਿਹਦੀ ਕਰਾਮਾਤ ਕਮਾਲ ਦੀ ਹੈ, ਔਰ ਜੋ ਸਦਾ ਰਹਿਣ ਵਾਲਾ ਹੈ, ਜੋ ਬਖਸ਼ਿਸ਼ਾਂ ਹੀ ਕਰਦਾ ਹੈ, ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਹਨਾਂ ਦੇ ਵੱਲ ਉਹਨੂੰ ਕਹਿਣ ਲੱਗੇ, ਕਹਿੰਦੇ ਦੁਬਾਰਾ ਫੇਰ ਕਰ ਵਾਰ। ਸਾਧ ਸੰਗਤ ਦੂਜੀ ਵਾਰ ਫੇਰ ਕੀਤਾ। ਦੂਜੀ ਵਾਰ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦਾ ਵਾਰ ਖਾਲੀ ਕਰ ਦਿੱਤਾ। ਕਹਿੰਦੇ ਲੈ ਸੈਦ ਖਾਨ, ਮਨ 'ਚ ਨਾ ਤੇਰੇ ਰਹਿ ਜਾਏ, ਲੈ ਇੱਕ ਵਾਰ ਹੋਰ ਤੈਨੂੰ ਦਿੱਤਾ, 3 ਕਰ ਲੈ। ਤੇ ਸਾਧ ਸੰਗਤ ਤੀਜਾ ਵਾਰ ਉਹਨੇ ਗੁਰੂ ਕਲਗੀਧਰ ਤੇ ਕੀਤਾ, ਤੀਜਾ ਫੇਰ ਖਾਲੀ ਗਿਆ। ਤੇ ਇਉਂ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਕਹਿੰਦੇ ਲੈ ਸਾਂਭ ਫਿਰ ਵਾਰ। ਇਉਂ ਕਹਿ ਕੇ ਮਹਾਰਾਜ ਨੇ ਕੱਢੀ ਸ੍ਰੀ ਸਾਹਿਬ, ਹਵਾ ਦੇ ਵਿੱਚ ਜਦੋਂ ਘੁੰਮੀ, ਗੂੰਜ ਠਾ ਕੇ ਰੱਖ ਦਿੱਤੀ, ਤੇ ਘੁਮਾ ਕੇ ਸ੍ਰੀ ਸਾਹਿਬ ਮਹਾਰਾਜ ਨੇ ਇਉਂ ਖਿੱਚੀ ਨਾ, ਜਦੋਂ ਉਹ ਦੇਖਦਾ ਹੀ ਰਹਿ ਗਿਆ, ਉਹਦੇ ਗਰਦਨ ਕੋਲ ਆਈ ਤੇ ਰੋਕ ਲਈ ਮਹਾਰਾਜ ਨੇ। ਕਹਿੰਦਾ ਮਾਰ ਦੋ, ਹੁਣ ਮਾਰ ਦੋ। ਕਹਿੰਦੇ ਮਾਰ ਤਾਂ ਦੇਵਾਂ ਤੈਨੂੰ, ਪਰ ਵਿਚਾਲੇ ਤੇਰੀ ਭੈਣ ਖੜੀ ਹੈ, ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਓਏ ਉਹਦਾ ਕੀ ਕਰਾਂ ਨਸੀਰਾਂ, ਜਿਹਦਾ ਦਿਲ ਦੁਖਾ ਕੇ ਤੂੰ ਆ ਗਿਆ। ਕੱਲ ਦੀ ਉਹਨੇ ਖਾਧਾ ਕੁਛ ਨਹੀਂ, ਪਾਣੀ ਦੀ ਘੁੱਟ ਨਹੀਂ ਅੰਦਰ ਲੰਘਾਈ, ਬੇਨਤੀਆਂ ਹੀ ਕਰੀ ਜਾਂਦੀ ਹੈ, ਅਰਦਾਸਾਂ ਹੀ ਕਰੀ ਜਾਂਦੀ। ਉਹ ਵਿਚਾਲੇ ਖੜੀ ਉਹਦੀ ਅਰਦਾਸ, ਤੇ ਤੂੰ ਤਾਂ ਸਾਡੇ ਲਈ ਹੈ ਹੀ ਕੁਛ ਨਹੀਂ। ਜਿਹਨੂੰ ਮਰਜ਼ੀ ਸਿੰਘ ਨੂੰ ਕਹਿ ਦਈਏ ਤੂੰ ਤੇ ਕੀ, ਤੇਰੀ ਜਿੰਨੀ ਮਰਜ਼ੀ ਫੌਜ ਇਕੱਲਾ ਹੀ ਜਣਾ ਹੀ ਸਾਰੀ ਨੂੰ ਸਾਫ਼ ਕਰ ਦੇਵੇ। ਤੇ ਇਸ ਕਰਕੇ ਉਹਦੀ ਬੇਨਤੀ ਨੂੰ ਨਹੀਂ ਮੈਂ ਕੱਟ ਸਕਦਾ, ਦੱਸ ਹੁਣ ਕੀ ਕਰਾਂ। ਉਹ ਬੇਨਤੀਆਂ ਕਰ ਰਹੀ ਹੈ। ਤੇਰੀ ਭੈਣ ਕਹਿੰਦੀ ਆ ਤਲਵਾਰ ਨਾਲ ਨਾ ਮਾਰਿਓ, ਇਹਨੂੰ ਪਿਆਰ ਨਾਲ ਮਾਰਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਵੱਲ ਤੱਕਿਆ, ਨਜ਼ਰ ਨਾਲ ਨਜ਼ਰ ਮਿਲੀ। ਆਹਾ ਪਤਾ ਨਹੀਂ ਕੀ ਜਾਦੂ ਹੋ ਗਿਆ। ਤਲਵਾਰ ਸੁੱਟਦੀ ਸੈਦ ਖਾਂ ਪਠਾਨ ਨੇ, ਸਾਧ ਸੰਗਤ ਜੀ ਛੱਡ ਕੇ ਤਲਵਾਰ, ਮਾਲਾ ਫੜ ਲਈ ਤੇ ਜੰਗਲਾਂ ਨੂੰ ਚੱਲ ਗਿਆ। ਮੁੜ ਕੇ ਸਾਧ ਸੰਗਤ ਉਹਨੇ ਕਦੇ ਮੂੰਹ ਨਹੀਂ ਦਿਖਾਇਆ। ਔਰੰਗਜ਼ੇਬ ਦੀ ਸਭਾ ਦੇ ਵਿੱਚ ਹਾਹਾਕਾਰ ਮਚ ਗਈ। ਉਹ ਗੁਰੂ ਨੇ ਕੀ ਕਰ ਦਿੱਤਾ ਕਿ ਗੁਰੂ ਦੇ ਸਾਹਮਣੇ ਐਡਾ ਵੱਡਾ ਪਠਾਨ ਸੈਦ ਖਾਨ ਵਰਗਾ, ਜਿਹੜਾ ਵੱਡੇ ਵੱਡੇ ਰਾਜੇ ਜੀ ਦੇ ਨਾਂ ਤੋਂ ਕੰਬਦੇ ਸਨ, ਵੀ ਜੇ ਉਹ ਆ ਗਿਆ ਤੇ ਫਿਰ ਤੇ ਜਿੱਤਣਾ ਮੁਸ਼ਕਿਲ ਹੈ। ਉਹ ਗੁਰੂ ਦੇ ਸਾਹਮਣੇ ਗੁਰੂ ਦਾ ਮੁਰੀਦ ਬਣ ਗਿਆ। ਤੇ ਸਾਧ ਸੰਗਤ ਐਸੇ ਕਲਗੀਧਰ ਪਿਤਾ ਜਿਹੜੇ ਹਰ ਪੱਖ ਤੋਂ
ਕਿਹੜੀ ਕਿਹੜੀ ਉਹਨਾਂ ਦੀ ਤਾਰੀਫ, ਕਿਹੜੀ ਕਿਹੜੀ ਉਹਨਾਂ ਦੀ ਗੱਲ ਕੀਤੀ ਜਾਏ। ਉਹ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਅੱਗੇ ਸਿਰਫ ਸਿਰ ਝੁਕਦਾ, ਜਿਨ੍ਹਾਂ ਦੀ ਸਿਫਤ ਜਿੰਨੀ ਮਰਜ਼ੀ ਕਰ ਲਓ ਥੋੜ੍ਹੀ ਹੈ। ਭਾਈ ਨੰਦ ਲਾਲ ਉਹਨਾਂ ਦੇ ਬੋਲ ਕਹਿ ਕੇ ਮੈਂ ਸਮਾਪਤੀ ਕਰ ਦੇਵਾਂ। ਉਹ ਕਹਿੰਦੇ ਆ, ਦੁਨੀਆ ਦੇ ਲੋਗੋ, ਆਹ ਦੁਨੀਆ ਦੇ ਵਿੱਚ ਰੱਬ ਦਾ ਬੰਦਾ ਆਇਆ, ਰੱਬ ਦਾ ਬੰਦਾ। ਇਹ ਭੁੱਲੇ ਲੋਕਾਂ ਨੂੰ ਸਹੀ ਰਾਹ ਦਿਖਾਉਣ ਆਇਆ। ਇਹ ਦੁਨੀਆ ਦੇ ਲੋਗੋ, ਜੇ ਰੱਬ ਦੇ ਦਰਸ਼ਨ ਕਰਨੇ ਹੈ ਤੇ ਇਸ ਬੰਦੇ ਦੇ ਦਰਸ਼ਨ ਕਰ ਲਓ, ਕਿਉਂਕਿ ਰੱਬ ਤੇ ਬੰਦਾ ਦੋ ਨਹੀਂ, ਇੱਕੋ ਹੀ ਹੈ। ਉਹ ਕਹਿੰਦਾ, ਦਰਦ ਹਾਨੇ ਮਰਦਾਨੇ ਖੁਦਾ ਆਮਦੰਦ, ਬਰ ਗੁਮਸ਼ੁਦਗਾ ਰਾਹ ਨੁਮਾ ਆਮਦੰਦ, ਗੋਇਆ ਅਗਰ ई चश्मे तो मुश्ताक के खुदास्त, मर्दाने खुदा खुदा नुमा आमदंद। ऐसे गुरु कलगीधर महाराज, मर्द गमड़े, शमशीरे बहादुर, बरदो आलम शाह, बादशाह दरवेश, हकरा गंजूर, शाहे शहनशाह धन धन साहिब श्री गुरु गोबिंद सिंह महाराज। उन्हां दे प्रकाश पुरब दे उत्ते गुरुद्वारा साहिब पातशाही 10वीं नाढा साहिब विखे जिन्नियां भी संगतां आईयां, समूह संगतां नूं कलगीधर महाराज जी दे प्रकाश गुरपुरब दीआं बेअंत बेअंत ਵਧਾਈਆਂ ਹੋਣ। महाराज सच्चे पातशाह आप सब दी हाज़री प्रवान करन, सब दियां मनोकामना पूरियां करन। महाराज जिहड़ा भी आवे खाली ना जावे, झोलियां भर भर के जावे। इस स्थान की महिमा है साध संगत। और जिन्नी संगत आई साडी श्रोमणी गुरुद्वारा प्रबंधक कमेटी, साडे माणयोग श्रोमणी गुरुद्वारा प्रबंधक कमेटी के प्रधान सत्कारयोग बीबी जगीर कौर जी, उन्हां वल्लों, और साडे सत्कारयोग गुरुद्वारा श्री नाढा साहिब के मैनेजर सरदार जगीर सिंह जी, साडी समुची मैनेजमेंट के वल्लों, दास वल्लों आप सबनां नूं जिउं आयां नूं है। वध तों वध संगतां जिन्नियां भी संगतां आईयां, सब जिहड़े राहां तो तुसीं आए, उन्हां राहां तो सदके तुहाडे एक एक कदम साडीआं अखां ते, साडे सिर मत्थे गुरु तुहाडी यात्रा सफल करे, हाज़री प्रवान करे। समूह संगत का एक बार फिर तो धन्नवाद। होईयां भुल्लां दी खिमा, बुलाओ फतेह। वाहिगुरू जी का खालसा, वाहिगुरू जी की फतेह। सत्कारयोग भाई इंद्रजीत सिंह जी हजूरी रागी गुरुद्वारा श्री पातशाही 10वीं नाढा साहिब, वो आप जी नूं पावन बाणी का कीर्तन सुना के निहाल करनगे। वाहिगुरू जी का खालसा, वाहिगुरू जी की फतेह।